ਸਤਿ ਸ੍ਰੀ ਅਕਾਲ ਪਿਆਰੇ ਦੋਸਤੋ, ਤੁਹਾਡਾ ਸਾਡੇ ਚੈਨਲ ਵਿੱਚ ਸਵਾਗਤ ਹੈ। ਅਸੀਂ ਆਏ ਦਿਨ ਤੁਹਾਨੂੰ ਪੰਜਾਬ ਦੇ ਇਤਿਹਾਸ ਨਾਲ ਜੋੜਦੇ ਰਹਿੰਦੇ ਹਾਂ। ਅੱਜ ਅਸੀਂ ਪੰਜਾਬ ਦਾ ਇਤਿਹਾਸ ਦੱਸਾਂਗੇ ਕਿ ਪੰਜਾਬ ਦੇ ਇਤਿਹਾਸ ਵਿੱਚ ਕੀ ਕੀ ਸੀ ਤੇ ਪੰਜਾਬ ਦੇ ਵਿੱਚ ਕਿੰਨਾ ਕਿੰਨਾ ਦਾ ਰਾਜ ਰਿਹਾ ਤੇ ਪੰਜਾਬ ਨੂੰ ਪੰਜਾਬ ਕਿਉਂ ਕਿਹਾ ਗਿਆ। ਪੰਜਾਬ ਸ਼ਬਦ ਫਾਰਸੀ ਭਾਸ਼ਾ ਦੇ ਸ਼ਬਦ ਪੰਜ ਅਤੇ ਆਬ ਦੇ ਸੁਮੇਲ ਤੋਂ ਬਣਿਆ ਹੈ, ਜਿਸ ਵਿੱਚ ਪੰਜ ਦਾ ਅਰਥ ਹੈ ਪੰਜ ਅਤੇ ਆਬ ਦਾ ਅਰਥ ਹੈ ਪਾਣੀ। ਇਸ ਤਰ੍ਹਾਂ ਪੰਜ ਪਲੱਸ ਆਬ ਦਾ ਅਰਥ ਹੋਇਆ ਹੈ ਪੰਜ ਪਾਣੀਆਂ ਦੀ ਧਰਤੀ, ਪੰਜ ਦਰਿਆਵਾਂ ਦੀ ਧਰਤੀ। ਇਸ ਸ਼ਬਦ ਦੀ ਸਭ ਤੋਂ ਪਹਿਲੀ ਵਰਤੋਂ ਇਬਨ ਬਤੂਤਾ ਦੀਆਂ ਲਿਖਤਾਂ ਵਿੱਚ ਮਿਲਦੀ ਹੈ। 14ਵੀਂ ਸਦੀ ਵਿੱਚ ਇਸ ਦੇ ਇਲਾਕੇ ਵਿੱਚ ਆਇਆ ਸੀ। ਇਹ 14ਵੀਂ ਸਦੀ ਵਿੱਚ ਇਸ ਇਲਾਕੇ ਵਿੱਚ ਆਇਆ ਸੀ। ਇਸ ਦੀ ਵੱਡੇ ਪੱਧਰ ਉੱਤੇ ਵਰਤੋਂ 16ਵੀਂ ਸਦੀ ਦੇ ਦੂਜੇ ਹਿੱਸੇ ਦੀ ਕਿਤਾਬ ਤਾਰੀਖ ਸ਼ੇਰ ਸ਼ਾਹ ਸੂਰੀ ਵਿੱਚ ਮਿਲਦੀ ਹੈ, ਜਿਸ ਵਿੱਚ ਪੰਜਾਬ ਸ਼ਬਦ ਸ਼ੇਰ ਖਾਨ ਨੇ ਕਿਲੇ ਦੀ ਉਸਾਰੀ ਦੇ ਹਵਾਲੇ ਨਾਲ ਆਉਂਦਾ ਹੈ। ਇਸ ਤੋਂ ਪਹਿਲਾਂ ਪੰਜਾਬ ਵਰਗਾ ਜ਼ਿਕਰ ਮਹਾਭਾਰਤ ਦੇ ਕਿਸੇ ਕਹਾਣੀਆਂ ਵਿੱਚ ਵੀ ਹੈ, ਜੋ ਪੰਜ ਨਦ ਪੰਜ ਨਦੀਆਂ ਦੇ ਹਵਾਲੇ ਦੇ ਹੈ। ਇਸ ਤੋਂ ਮਗਰੋਂ ਆਇਨ ਅਕਬਰੀ ਵਿੱਚ ਅਬੁਲ ਫਜ਼ਲ ਨੇ ਲਿਖਿਆ ਹੈ ਕਿ ਇਹ ਇਲਾਕਾ ਦੋ ਹਿੱਸਿਆਂ ਵਿੱਚ ਵੰਡਿਆ ਸੀ, ਲਾਹੌਰ ਅਤੇ ਮਲਤਾਨ। ਇਸ ਆਇਨ ਅਕਬਰੀ ਦੇ ਦੂਜੇ ਹਿੱਸੇ ਵਿੱਚ ਅਬਦੁਲ ਫਜ਼ਲ ਨੇ ਪੰਜਾਬ ਨੂੰ ਪੰਜ ਨਦ ਲਿਖਿਆ ਹੈ। ਇਸ ਦੇ ਇਲਾਵਾ ਮੁਗਲ ਬਾਦਸ਼ਾਹ ਜਹਾਂਗੀਰ ਨੇ ਆਪਣੀ ਤਜ਼ਕੇ ਜਹਾਂਗੀਰੀ ਵਿੱਚ ਵੀ ਪੰਜਾਬ ਲਫ਼ਜ਼ ਵਰਤਿਆ ਹੈ। ਪੰਜਾਬ ਫਾਰਸੀ ਦੇ ਪੰਜ ਜਾਣੀ ਪੰਚ ਅਤੇ ਆਬ ਜਾਣੀ ਪਾਣੀ ਤੋਂ ਲਿਆ ਹੈ, ਜਿਸ ਦਾ ਮਤਲਬ ਪੰਜ ਦਰਿਆਵਾਂ ਦੀ ਧਰਤੀ ਬਣਦਾ ਹੈ। ਉਹ ਪੰਜ ਦਰਿਆ ਹਨ ਜਿਹੜੇ ਇਸ ਇਲਾਕੇ ਵਿੱਚ ਵਗਦੇ ਹਨ। ਅੱਜ ਕੱਲ੍ਹ ਦੋ ਦਰਿਆ ਚਨਾਬ ਅਤੇ ਜੇਹਲਮ ਪਾਕਿਸਤਾਨ ਵਿੱਚ ਵਗਦੇ ਹਨ। ਪੰਜਾਬ ਤੇ ਹਿਮਾਚਲ ਪ੍ਰਦੇਸ਼ ਵਿੱਚ ਬਾਕੀ ਤਿੰਨ ਦਰਿਆ ਸਤਲੁਜ, ਬਿਆਸ ਤੇ ਰਾਵੀ ਦਾ ਪਾਣੀ ਵਗਦਾ ਹੈ, ਜਿਹੜੇ ਭਾਰਤ ਵਿੱਚ ਹੁੰਦੇ ਹੋਏ ਪਾਕਿਸਤਾਨ ਵਿੱਚ ਪ੍ਰਵੇਸ਼ ਕਰਦੇ ਹਨ। ਇਸ ਤੋਂ ਪਹਿਲਾਂ ਇਸ ਦਾ ਨਾਂ ਸੰਬਤ ਸੰਧੂ ਯਾਨੀ ਸੱਤ ਦਰਿਆਵਾਂ ਦੀ ਸਰਜ਼ਮੀਨ ਸੀ। ਤਾਰੀਖ ਜੇਹਲਮ ਵਿੱਚ ਅੰਜੁਮ ਸੁਲਤਾਨ ਸਹਿਬਾਜ਼ ਨੇ ਲਿਖਿਆ ਹੈ ਕਿ ਸ਼ਬਦ ਦਾ ਮਤਲਬ ਸੱਤ ਅਤੇ ਸੰਧੂ ਦਾ ਮਤਲਬ ਦਰਿਆ ਹੈ। ਸੰਧੂ ਘਾਟੀ ਦੀ ਸਭਿਅਤਾ ਸੀ, ਜੋ ਪੁਰਾਤਨੀ ਖੋਜਾਂ ਦੇ ਪਤਾ ਲੱਗਦਾ ਹੈ ਕਿ 3300 ਈਸਵੀ ਪੂਰਵ ਤੋਂ ਸਿੰਧ ਦਰਿਆ ਦੇ ਨੇੜੇ ਤੇੜੇ ਕੁਝ ਭਾਈਚਾਰਿਆਂ ਦਾ ਵਿਕਾਸ ਹੋਇਆ, ਜਿਨ੍ਹਾਂ ਨੇ ਬਾਅਦ ਵਿੱਚ ਮਿਲ ਕੇ ਸਿੰਧੂ ਘਾਟੀ ਦੀ ਸਭਿਅਤਾ ਬਣਾਈ, ਜੋ ਕਿ ਮਨੁੱਖੀ ਇਤਿਹਾਸ ਦੀ ਸਭ ਤੋਂ ਪਹਿਲੀ ਸਭਿਅਤਾ ਵਿੱਚੋਂ ਇੱਕ ਮੰਨੀ ਜਾਂਦੀ ਹੈ। ਇਸ ਵਿੱਚ ਹੜੱਪਾ, ਪੱਛਮੀ ਪੰਜਾਬ ਦਾ ਸਾਹੀਵਾਲ ਜ਼ਿਲ੍ਹਾ ਵਰਗੇ ਵੱਡੇ ਸ਼ਹਿਰ ਸ਼ਾਮਲ ਹਨ। 19ਵੀਂ ਸਦੀ ਵਿੱਚ ਪੂਰਬ ਤੋਂ ਬਾਅਦ ਵਿੱਚ ਸਭਿਅਤਾ ਅਗਿਆਤ ਕਾਰਨਾਂ ਕਰਕੇ ਖਤਮ ਹੋ ਗਈ ਸੀ, ਜੋ ਵੈਦਿਕ ਕਾਲ ਸੀ। ਵੈਦਿਕ ਸਮੇਂ ਵਿੱਚ ਇੰਡੋ ਆਰੀਅਨ ਲੋਕਾਂ ਨੇ ਸੱਭਿਆਚਾਰ ਨਾਲ ਦਰਸਾਇਆ ਗਿਆ, ਜਿਸ ਵਿੱਚ ਵੇਦਾਂ ਦੀ ਬਾਣੀ ਸ਼ਾਮਲ ਹੈ, ਜਿਹੜੇ ਕਿ ਹਿੰਦੂ ਪਵਿੱਤਰ ਗ੍ਰੰਥ ਮੰਨੇ ਜਾਂਦੇ ਹਨ ਅਤੇ ਜਿਹੜੇ ਮੂੰਹ ਜ਼ਬਾਨੀ ਵੈਦਿਕ ਸੰਸਕ੍ਰਿਤ ਵਿੱਚ ਰਚੇ ਗਏ ਹਨ। ਇਸ ਵਿੱਚ ਪ੍ਰਾਚੀਨ ਪੰਜਾਬ, ਜਿਸ ਨੂੰ ਸਪਤ ਸਿੰਧੂ ਕਿਹਾ ਗਿਆ ਹੈ, ਦੀ ਸਮਾਜਿਕ ਸਭਿਅਤਾ, ਉੱਨਤੀ ਦਾ ਸਾਹਿਤਕ ਵੇਰਵਾ ਸ਼ਾਮਲ ਹੈ। ਇਸ ਦੇ ਲੋਕਾਂ ਬਾਰੇ ਵੀ ਥੋੜ੍ਹੀ ਜਾਣਕਾਰੀ ਮਿਲਦੀ ਹੈ। ਵੈਦਿਕ ਸਮਾਜ ਆਮ ਤੌਰ 'ਤੇ ਕਬੀਲਿਆਂ ਵਿੱਚ ਰਹਿੰਦਾ ਸੀ। ਕੁਝ ਪਰਿਵਾਰ ਮਿਲਾ ਕੇ ਗ੍ਰਾਮ ਬਣਦਾ ਸੀ ਤੇ ਕੁਝ ਗ੍ਰਾਮ ਮਿਲਾ ਕੇ ਵਿੱਚ ਬਰਾਦਰੀ ਬਣਦਾ ਸੀ। ਕੁਝ ਵਿਸ਼ ਮਿਲਾ ਕੇ ਜਨ ਕਬੀਲਾ ਬਣਦਾ ਸੀ। ਜਨਾਂ ਨੂੰ ਰਾਜਨਾਂ ਦੁਆਰਾ ਚਲਾਇਆ ਜਾਂਦਾ ਸੀ, ਜਿਹੜੇ ਕਿ ਅਕਸਰ ਦੂਜੇ ਕਬੀਲਿਆਂ ਨਾਲ ਲੜਦੇ ਰਹਿੰਦੇ ਸਨ। ਇਹਨਾਂ ਲੜਾਈ ਝਗੜਿਆਂ ਵਿੱਚੋਂ ਹੀ ਲੋਕਾਂ ਦੇ ਵੱਡੇ ਸਮੂਹ ਪੈਦਾ ਹੋਏ, ਜਿਨ੍ਹਾਂ ਨੂੰ ਸਮਰਾਟ ਜਾਂ ਰਾਜਿਆਂ ਦੁਆਰਾ ਚਲਾਇਆ ਜਾਂਦਾ ਸੀ। ਇਸ ਦੇ ਨਤੀਜੇ ਵਜੋਂ ਜਿੱਤਾਂ ਅਤੇ ਸਾਮਰਾਜਾਂ ਨੂੰ ਵਧਾਉਣ ਦਾ ਇੱਕ ਨਵਾਂ ਰਾਜਨੀਤਿਕ ਫਲਸਫਾ ਪੈਦਾ ਹੋਇਆ। ਇਸ ਕਰਕੇ ਇਸ ਰਾਜ ਦੇ ਮੂਲ ਸਮੇਂ ਤੋਂ ਹੀ ਇੱਥੋਂ ਦੇ ਲੋਕਾਂ ਨੂੰ ਫੌਰੀ ਜੰਗਾਂ ਲਈ ਤਿਆਰ ਰਹਿਣਾ ਪੈਂਦਾ ਸੀ। ਰਿਗਵੇਦਿਕ ਯੁੱਗ ਦੀ ਸਭ ਤੋਂ ਵੱਡੀ ਮਹੱਤਵਪੂਰਨ ਘਟਨਾ ਦਸਰਾਜ ਯੁੱਧ 10 ਰਾਜਿਆਂ ਦਾ ਯੁੱਧ ਸੀ, ਜਿਹੜਾ ਕਿ ਪਰੂਸ਼ਾਨੀ ਨਦੀ, ਅੱਜ ਕੱਲ੍ਹ ਦਾ ਰਾਵੀ ਦਰਿਆ ਦੇ ਕੰਢੇ ਉੱਤੇ ਭਾਰਤ ਵੰਸ਼ ਦੇ ਰਾਜੇ ਸੁਦਾਸ ਅਤੇ 10 ਕਬੀਲਿਆਂ ਦੇ ਮਹਾਂਸੰਘ ਵਿਚਕਾਰ ਲੜਿਆ ਗਿਆ ਸੀ। 10 ਕਬੀਲੇ ਸੁਦਾਸ ਦੇ ਵਿਰੁੱਧ ਉੱਠ ਖੜੇ ਹੋਏ, ਜਿਸ ਵਿੱਚ 5 ਮੁੱਖ ਪਰੂ ਦਰੂਸ਼ੂਸ, ਅਨਸ, ਤੁਰਵਾਸਾ ਅਤੇ ਜਾਦੂ ਸਨ ਅਤੇ 5 ਛੋਟੇ ਕਬੀਲੇ ਸ਼ਾਮਲ ਸਨ, ਜਿਨ੍ਹਾਂ ਦਾ ਮੂਲ ਅੱਜ ਕੱਲ੍ਹ ਪੰਜਾਬ ਦਾ ਉੱਤਰੀ, ਪੱਛਮੀ ਅਤੇ ਪੱਛਮੀ ਸੀਮਾ ਮੰਨਿਆ ਜਾਂਦਾ ਹੈ, ਜਿਨ੍ਹਾਂ ਵਿੱਚ ਪਖਤਾਸ, ਅਲੀਨਾ, ਭੱਲਣ, ਬਿਸਾਨਨ ਅਤੇ ਸਿਵਾ ਸ਼ਾਮਲ ਹਨ। ਰਾਜੇ ਸੁਦਾਸ ਦੀ ਮਦਦ ਵੈਦਿਕ ਰਿਸ਼ੀ ਵਰਿਸ਼ਟ ਨੇ ਕੀਤੀ ਅਤੇ ਰਾਜੇ ਸੁਦਾਸ ਦੇ ਸਾਬਕਾ ਪੁਰੋਹਿਤ ਰਿਸ਼ੀ ਵਿਸ਼ਵਾਮਿੱਤਰ ਨੇ 10 ਕਬੀਲਿਆਂ ਦੇ ਮਹਾਂਸੰਘ ਦਾ ਸਾਥ ਦਿੱਤਾ, ਜੋ ਪਾਣਿਨੀ ਅਤੇ ਕੋਟਲਿਆਂ ਦੇ ਸਮੇਂ ਦਾ ਪੰਜਾਬ ਸੀ। ਪਾਣਿਨੀ ਇੱਕ ਮਸ਼ਹੂਰ ਸੰਸਕ੍ਰਿਤ ਵਿਆਕਰਨਕਾਰ ਸਨ, ਜਿਨ੍ਹਾਂ ਦਾ ਜਨਮ ਸਲਾਤੁਲ ਵਿੱਚ ਹੋਇਆ, ਜਿਹੜਾ ਕਿ ਇਸ ਵੇਲੇ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਦੇ ਇੱਕ ਜ਼ਿਲ੍ਹੇ ਵਿੱਚ ਹੈ।
ਉਸ ਦੀ ਇੱਕ ਲਿਖਤ ਅਸ਼ਟਧਿਆਈ ਤੋਂ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਉਸ ਸਮੇਂ ਦੇ ਪੰਜਾਬ ਦੇ ਲੋਕ ਮੁੱਖ ਤੌਰ ਤੇ ਹਥਿਆਰਾਂ ਦੇ ਕਾਰੋਬਾਰ ਕਰਦੇ ਸਨ। ਉਸ ਦੀ ਲਿਖਤ ਵਿੱਚ ਬਹੁਤ ਸਾਰੇ ਕਬੀਲੇ ਆਯੁਤਜਵਨ ਸੰਘ ਸਨ, ਜਿਸ ਦਾ ਮਤਲਬ ਹਥਿਆਰਾਂ ਤੇ ਜ਼ੋਰ ਉੱਤੇ ਜ਼ਿੰਦਗੀ ਜਿਉਣ ਵਾਲੇ। ਜਿਹੜੇ ਲੋਕ ਮੈਦਾਨਾਂ ਵਿੱਚ ਰਹਿੰਦੇ ਹਨ ਉਹਨਾਂ ਨੂੰ ਵਾਹਿਕ ਸੰਘ ਕਿਹਾ ਜਾਂਦਾ ਸੀ, ਅਤੇ ਜਿਹੜੇ ਪਰਬਤੀ ਇਲਾਕਿਆਂ ਵਿੱਚ ਰਹਿੰਦੇ ਸਨ, ਜਿਸ ਵਿੱਚ ਅੱਜ ਕੱਲ੍ਹ ਦੇ ਅਫਗਾਨਿਸਤਾਨ ਦਾ ਉੱਤਰ ਪੂਰਬੀ ਇਲਾਕਾ ਵੀ ਸ਼ਾਮਲ ਹੈ, ਉਹਨਾਂ ਨੂੰ ਪਰਬਤੀ ਸੰਘ ਕਿਹਾ ਜਾਂਦਾ ਸੀ। ਇੱਕ ਖਿਆਲ ਮੁਤਾਬਕ ਵਾਹਿਕ ਸੰਘ, ਜਿਸ ਵਿੱਚ ਮੁੱਖ ਤੌਰ ਤੇ ਵਾਰਿਕ ਸ਼ਾਮਲ ਸਨ, ਜਿਹੜੇ ਸ਼ਾਇਦ ਅੱਜ ਕੱਲ੍ਹ ਦੇ ਬਿਰਕ ਜੱਟ ਹਨ। ਦਾਮਨੀ, ਜਿਹੜਾ ਕਿ 6 ਰਾਜਾਂ ਦਾ ਸਮੂਹ ਸੀ। ਤ੍ਰਿਗਰਤ ਸਸਤ ਕਿਹਾ ਜਾਂਦਾ ਸੀ, ਜੋ ਯੋਧੇ ਆ ਜਿਹੜੇ ਅੱਜ ਕੱਲ੍ਹ ਦੇ ਜੋਇਆ ਜਾਂ ਜੋਈਆ ਰਾਜਪੂਤਾ ਜਾਂ ਕੁਝ ਕੰਬੋਜ ਪਾਰਸੂ ਕੇ ਕਾਇਆ ਉਸੀ ਨਾਲ ਸਿਬੀ, ਸ਼ਾਇਦ ਅੱਜ ਕੱਲ੍ਹ ਦੇ ਸਿਬੀ ਜੱਟ, ਸੁਦਰਾਕ, ਮਾਲਵਾ, ਭਾਰਤ ਦੇ ਮਦਰਕ ਕਬੀਲੇ, ਜਦ ਦੂਜੇ ਲੋਕਾਂ ਨੂੰ ਜਿਨ੍ਹਾਂ ਨੂੰ ਪਰਬਤੀ ਅਯੁਤਜੀਵਨ ਕਿਹਾ ਗਿਆ ਹੈ, ਇਹਨਾਂ ਦੇ ਮੁੱਖ ਵਿੱਚ ਤ੍ਰਿਗਤ, ਦਰਵਾਸ, ਹਸਤਿਆਨ ਜਾਂ ਗੰਧਾਰ ਕਬੀਲਾ, ਨਿਹਾਰ, ਹਮਸਗਵਰਗ ਅਤੇ ਅਸ਼ਵਾਕਿਆ ਨੇ ਕੰਬੋਜ ਕਬੀਲੇ, ਅਪਤਮੂਦਬੰਤ ਜਿਨ੍ਹਾਂ ਨੂੰ ਰੋਹਤਗਰੀ ਕਿਹਾ ਜਾਂਦਾ ਹੈ। ਗਿਲਗਿਤ ਵਿੱਚ ਚਿਤਰਾਲ ਦੇ ਦਰਾਦ ਸ਼ਾਮਲ ਹਨ। ਇਸ ਤੋਂ ਅੱਗੇ ਪਾਣਨੀ, ਕਰੂਆਂ, ਗੰਧਾਰ ਅਤੇ ਕਮੋਜਾਂ ਦੇ ਖੱਤਰੀਆਂ ਦੀ ਵੀ ਗੱਲ ਕਰਦੇ ਹਨ। ਇਹ ਖੱਤਰੀ ਜਾਂ ਯੋਧੇ ਕਬੀਲੇ ਮਿਲਾ ਕੇ ਇੱਕ ਵੱਖਰਾ ਗਣਰਾਜ ਬਣਾਉਂਦੇ ਸਨ, ਜਿਸ ਦੀ ਕਿ ਪਾਣਨੀ ਦੀ ਅਸ਼ਟਧਿਆਈ ਵਿੱਚ ਤਸਦੀਕ ਕੀਤਾ ਗਿਆ ਹੈ। ਕੋਟਲਿਆ ਦਾ ਅਰਥ ਸ਼ਾਸਤਰ, ਜਿਸ ਸਭ ਤੋਂ ਪੁਰਾਣੀ ਪਰਤ 4 ਸਦੀ ਈਸਵੀ ਪੂਰਵ ਨਾਲ ਜੋੜੀ ਜਾ ਸਕਦੀ ਹੈ, ਕਿ ਕਈ ਸੈਨਿਕ ਸਮੂਹਾਂ ਵਿੱਚ ਗੱਲ ਕਰਦੇ ਹਨ ਕਿ ਇਸ ਵਿੱਚ ਖਾਸ ਤੌਰ ਤੇ ਕੰਬੋਜਾ, ਸੌਰਾਸ਼ਟਰ ਅਤੇ ਕੁਝ ਹੋਰ ਹੱਦ ਉੱਤੇ ਸਥਿਤ ਲੜਾਕੂ ਕਬੀਲਿਆਂ ਦਾ ਜ਼ਿਕਰ ਹੈ, ਜਿਹੜੇ ਵਰਤ ਸ਼ਾਸਤਰ, ਉਪਜੀਵ ਹਥਿਆਰਾਂ ਅਤੇ ਵਰਤ ਸਿਰ ਤੇ ਜਿਉਣਾ ਸ਼੍ਰੇਣੀ ਨਾਲ ਸੰਬੰਧ ਰੱਖਦੇ ਸਨ, ਜਦਕਿ ਮਦਰਕ, ਮੱਲਾ ਅਤੇ ਕਰੂ ਆਦਿ ਰਾਜਾ ਸ਼ਬਦ ਉਪਜੀਵਨੀ, ਜਿਹੜੇ ਰਾਜੇ ਦੀ ਉਪਾਧੀ ਵਰਤਦੇ ਸਨ, ਸ਼੍ਰੇਣੀ ਨਾਲ ਸੰਬੰਧ ਰੱਖਦੇ ਸਨ। ਡਾਕਟਰ ਆਰਥਰ ਕੋਕਬਰਨਲ ਨੇ ਇਹ ਵੇਖਿਆ ਕਿ ਪੱਛਮ ਵਿੱਚ ਕੰਬੋਜਾਂ ਅਤੇ ਕਟਾਵਾਂ ਕੋਲ ਹਿੰਮਤ ਅਤੇ ਯੁੱਧ ਵਿੱਚ ਉੱਚ ਮਾਣ ਅਤੇ ਯੁੱਧਾਂ ਵਿੱਚ ਨਿਪੁੰਨਤਾ ਹਾਸਲ ਸੀ। ਸੋ ਭੂਤੀ, ਯੋਦੇਸ਼ ਅਤੇ 2 ਇਕੱਠੇ ਕਬੀਲੇ ਸਿਬੀ, ਮਾਲਵਾ ਅਤੇ ਸੁਦਰਾਕ, ਜਿਹੜੇ ਕਿ ਗਿਣਤੀ ਅਤੇ ਜੰਗ ਵਿੱਚ ਭਾਰਤ ਦੇ ਰਾਜਾਂ ਵਿੱਚ ਇੱਕ ਮਹੱਤਵਪੂਰਨ ਸਨ। ਇਸ ਕਰਕੇ ਵੇਖਿਆ ਜਾ ਸਕਦਾ ਕਿ ਵੈਦਿਕ ਸਭਿਅਤਾ ਵਿੱਚ ਪੈਦਾ ਹੋਏ ਲੜਾਈ ਝਗੜੇ ਪਾਣਨੀ ਅਤੇ ਕੌਟਲਿਆ ਦੇ ਸਮੇਂ ਵਿੱਚ ਵੀ ਜਾਰੀ ਰਹੇ ਹਨ। ਅਸਲ ਵਿੱਚ ਉਸ ਸਮੇਂ ਦੇ ਪੰਜਾਬ ਦਾ ਸਾਰਾ ਖੇਤਰ ਲੜਾਕੂ ਅਤੇ ਦਲੇਰ ਲੋਕਾਂ ਨਾਲ ਭਰਿਆ ਹੋਇਆ ਸੀ। ਇਤਿਹਾਸ ਗਵਾਹ ਹੈ ਕਿ ਇਹਨਾਂ ਆਯੁਧਾਜੀਵਨੀ ਕਬੀਲਿਆਂ ਨੇ ਹਖਾਮਨੀ ਸ਼ਾਸਕਾਂ ਨੂੰ 6 ਸਦੀ ਵਿੱਚ ਪੂਰੀ ਵਿਰੋਧਤਾ ਦਿੱਤੀ ਅਤੇ ਪਿੱਛੋਂ 4 ਸਦੀ ਈਸਵੀ ਵਿੱਚ ਮਕਦੂਨੀਆਂ ਅਤੇ ਹਮਲਾਵਰਾਂ ਦਾ ਸਾਹਮਣਾ ਵੀ ਕੀਤਾ। ਪੰਜਾਬ ਦੇ ਇਤਿਹਾਸ ਦੇ ਮੁਤਾਬਕ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਕੰਬੋਜਾਂ, ਦਰਾਦਸ਼ਾ, ਕਕਈਆਂ, ਮਦਰਾ, ਪੌਰਵਾ, ਜੋਧਾਏ, ਮਾਲਵਾ, ਸਿੰਧੂਆਂ ਅਤੇ ਕਰੂਆਂ ਨੇ ਮਿਲ ਕੇ ਪੁਰਾਣੇ ਪੰਜਾਬ ਦੇ ਇੱਕ ਦਲੇਰ ਅਤੇ ਹਿੰਮਤੀ ਸੱਭਿਆਚਾਰਕ ਦੇ ਵਿਕਾਸ ਵਿੱਚ ਹਿੱਸਾ ਪਾਇਆ। ਜੋ ਬੁੱਧ ਮਤ ਦੇ ਸਮੇਂ ਦਾ ਪੰਜਾਬ ਸੀ, ਬੁੱਧ ਮਤ ਦੇ ਸਮੇਂ ਵਿੱਚ ਪੰਜਾਬ ਕਿਹੋ ਜਿਹਾ ਸੀ? ਬੁੱਧ ਮਤ ਦੀ ਧਾਰਮਿਕ ਕਿਤਾਬ ਅੰਗੁਤਰ ਨਿਕਾਏ ਵਿੱਚ 16 ਵੱਡੇ ਦੇਸ਼ਾਂ ਮਹਾਜਨਪਦ ਦਾ ਜ਼ਿਕਰ ਹੈ, ਜਿਨ੍ਹਾਂ ਵਿੱਚ 2 ਪੁਰਾਣੇ ਪੰਜਾਬੀ ਨਗਰ ਗੰਧਾਰ ਅਤੇ ਕੰਬੋਜਾ ਸ਼ਾਮਲ ਅਤੇ ਮਹਾਤਮਾ ਬੁੱਧ ਦੇ ਜੀਵਨ ਕਾਲ ਤੋਂ ਪਹਿਲਾਂ ਜੰਬੂਦੀਪ ਦੇ ਕੋਲ ਜਾਂ ਆਸ-ਪਾਸ ਵਧੇ ਫੁੱਲੇ ਸਨ। ਪ੍ਰਕੀਤੀ ਬੋਲੀਆਂ ਵਿੱਚ ਪੁਰਾਣੀਆਂ ਲਿਖਤਾਂ ਵਿੱਚ ਇਹਨਾਂ ਨਗਰਾਂ ਦੇ ਬਾਰੇ ਲਿਖਿਆ ਹੋਇਆ ਅਤੇ ਉਹਨਾਂ ਵਿੱਚ ਲਿਖਿਆ ਕਿ 16 ਪ੍ਰਾਚੀਨ ਰਾਜਨੀਤਿਕ ਸ਼ਕਤੀਆਂ ਵਿੱਚੋਂ ਸਿਰਫ ਕੰਬੋਜਾ ਨੇ ਗੰਧਾਰ ਦੀ ਉੱਤਰ ਪੱਥ ਵਿੱਚ ਆਉਂਦੇ ਸਨ, ਪਰ ਇਹਨਾਂ ਦੀ ਬਿਲਕੁਲ ਠੀਕ ਹੱਦਾਂ ਬਾਰੇ ਸਪਸ਼ਟ ਤੌਰ ਤੇ ਨਹੀਂ ਦੱਸਿਆ ਗਿਆ। ਮੰਨਿਆ ਜਾਂਦਾ ਹੈ ਕਿ ਗੰਧਾਰ ਅਤੇ ਕੰਬੋਜਾ ਉੱਪਰੀ ਸਿੰਧ ਖੇਤਰ ਵਿੱਚ ਆਉਂਦੇ ਹਨ, ਜਿਸ ਵਿੱਚ ਕਸ਼ਮੀਰ, ਪੂਰਬੀ ਅਫਗਾਨਿਸਤਾਨ ਤੋਂ ਇਲਾਵਾ ਪੱਛਮੀ ਪੰਜਾਬ ਦੇ ਜ਼ਿਆਦਾਤਰ ਉਹ ਹਿੱਸੇ ਆਉਂਦੇ ਹਨ ਜਿਹੜੇ ਕਿ ਇਸ ਵੇਲੇ ਪਾਕਿਸਤਾਨ ਦਾ ਹਿੱਸਾ ਹਨ। ਬੋਧੀ ਗੰਧਾਰ ਦੀਆਂ ਹੱਦਾਂ ਮੁਲਤਾਨ ਤੱਕ ਚੱਲੀਆਂ ਜਾਂਦੀਆਂ ਹਨ ਅਤੇ ਬੋਧੀ ਕੰਬੋਜਾ ਦੀਆਂ ਹੱਦਾਂ ਰਜੌਰੀ, ਪੂੰਛ, ਅਬੀਸਾਰ ਅਤੇ ਹਜ਼ਾਰੇ ਤੱਕ ਚਲੀਆਂ ਜਾਂਦੀਆਂ ਹਨ। ਇਸ ਤੋਂ ਇਲਾਵਾ ਪੂਰਬੀ ਅਫਗਾਨਿਸਤਾਨ ਦੀਆਂ ਸਵਾਤ, ਕੁਨਾਰ ਅਤੇ ਕਪੀਸਾ ਵਾਦੀਆਂ ਦੀਆਂ ਕੰਬੋਜਾ ਦੀਆਂ ਹੱਦਾਂ ਵਿੱਚ ਆਉਂਦੀਆਂ ਹਨ। ਮਾਈਕਲ ਬਿਟਜਲ ਨੇ ਇਸ ਖੇਤਰ ਨੂੰ ਵੱਡਾ ਪੰਜਾਬ ਦੱਸਿਆ। ਬੋਧੀ ਲਿਖਤਾਂ ਵਿੱਚ ਉੱਤਰੀ ਇਲਾਕਿਆਂ ਅਤੇ ਖਾਸ ਕਰਕੇ ਕੰਬੋਜਾਂ ਦੇ ਬਹੁਤ ਵਧੀਆ ਦਰਜੇ ਦੇ ਘੋੜਿਆਂ ਤੇ ਘੋੜਸਵਾਰਾਂ ਬਾਰੇ ਵੀ ਜ਼ਿਕਰ ਹੈ। ਹਾਲਾਂਕਿ ਚੁੱਲਾ ਨਦੇਸ਼ਾ, ਜਿਹੜੀ ਕਿ ਬੋਧੀਆਂ ਦੀ ਇੱਕ ਹੋਰ ਲਿਖਤ ਵਿੱਚ ਹੈ, ਗੰਧਾਰ ਦੀ ਥਾਂ ਜੋਨਾ ਦਾ ਨਾਮ ਹੈ, ਤੇ ਕੰਬੋਜਾ ਅਤੇ ਜੋਨਾ ਨੂੰ ਉੱਤਰ ਪੱਧ ਦੇ ਸਿਰਫ 2 ਵੱਡੇ ਮਹਾਜਨ ਪਦ ਦੱਸਿਆ ਜਾਂਦਾ ਹੈ। ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਬੋਧੀਆਂ ਦੁਆਰਾ ਚੁੱਲਾ ਨਦੇਸ਼ਾ ਲਿਖਣ ਦੇ ਸਮੇਂ ਕੰਬੋਜਾ ਵਿੱਚ ਗੰਧਾਰ ਵੀ ਸ਼ਾਮਲ ਸੀ।
ਜੋ ਸਾਮਰਾਜ ਸੀ ਹਖਾਮਨੀ ਸਾਮਰਾਜ ਪ੍ਰਾਚੀਨ ਗੰਧਾਰ, ਕੰਬੋਜਾ ਅਤੇ ਤਕਸ਼ਿਲਾ ਦੇ ਉੱਤਰੀ ਪੰਜਾਬ ਵਿੱਚ ਪੱਛਮੀ ਹਿੱਸੇ ਹਖਾਮਨੀ ਸਾਮਰਾਜ ਦੇ ਦੂਰ ਪੂਰਬੀ ਕਿਨਾਰੇ ਉੱਤੇ ਪੈਂਦੇ ਹਨ। ਉੱਤਰੀ ਸਿੰਧ ਖੇਤਰ ਵਿੱਚ ਗੰਧਾਰ ਅਤੇ ਕੰਬੋਜਾ ਦੇ ਖੇਤਰ ਸ਼ਾਮਲ ਹਨ। ਮਿਲ ਕੇ ਹਖਾਮਨੀ ਸਾਮਰਾਜ ਦਾ 7ਵਾਂ ਰਾਜ ਬਣਦਾ ਹੈ ਅਤੇ ਮੱਧ ਅਤੇ ਹੇਠਲਾ ਸਿੰਧ ਖੇਤਰ ਵਿੱਚ, ਜਿਸ ਵਿੱਚ ਸਿੱਧੂ ਸਿੰਧ ਅਤੇ ਸੋਵਈ ਸ਼ਾਮਲ ਹਨ, ਮਿਲਾ ਕੇ 20ਵਾਂ ਸੂਬਾ ਬਣਦੇ ਹਨ, ਜਿਹੜੇ ਕਿ ਹਖਾਮਨੀ ਸਾਮਰਾਜ ਦੇ ਸਭ ਤੋਂ ਪੂਰਬ ਖੇਤਰ ਹਨ। ਇਹ ਖੇਤਰ ਸਾਲਾਨਾ ਤੌਰ ਤੇ ਹਖਾਮਨੀ ਸਾਮਰਾਜ ਨੂੰ ਭਾਰੀ ਮਾਤਰਾ ਵਿੱਚ ਸੋਨਾ ਪੇਸ਼ ਕਰਦੇ ਸਨ। ਇਹ ਵੀ ਕਿਹਾ ਜਾਂਦਾ ਸੀ ਕਿ ਸਿੰਧ ਦੀਆਂ ਭਾਰਤੀ ਰਿਆਸਤਾਂ ਤੇ ਪੰਜਾਬ ਖੇਤਰ ਦੇ ਸਾਤਰਾਪ ਰਾਜਪਾਲ ਫਾਰਸੀ ਸਾਮਰਾਜਾਂ ਵਿੱਚੋਂ ਸਭ ਤੋਂ ਅਮੀਰ ਹੁੰਦੇ ਸਨ, ਜਿਹੜੇ ਕਿ ਬਹੁਤ ਭਾਰੀ ਕਰ ਵਸੂਲਦੇ ਸਨ ਅਤੇ ਇਸ ਤੋਂ ਇਲਾਵਾ ਸੇਵਾ ਵਿੱਚ ਸਿਪਾਹੀ ਵੀ ਲੈਂਦੇ ਸਨ। ਪ੍ਰਾਚੀਨ ਯੂਨਾਨੀਆਂ ਨੇ ਇਸ ਖੇਤਰ ਬਾਰੇ ਜਾਣਕਾਰੀ ਸੀ। ਡਾਰੀਅਸ ਪਹਿਲੇ ਤੇ ਸਕਾਈਲੈਕਸ ਨੂੰ ਸਿੰਧ ਦੀ ਸ਼ੁਰੂਆਤ ਤੋਂ ਸੁਏਜ ਹੱਦ ਹਿੰਦ ਮਹਾਸਾਗਰ ਵੇਖਣ ਲਈ ਚੁਣਿਆ ਗਿਆ। ਸਕਾਈਲੈਕਸ ਨੇ ਆਪਣੀ ਕਿਤਾਬ ਪੈਰੀਪੋਲੋਸ ਵਿੱਚ ਫਰਾਂਸ ਦੇ ਭਾਰਤੀ ਰਾਜਕੁਲਾਂ ਬਾਰੇ ਵੀ ਲਿਖਿਆ ਸੀ। ਪੁਰਾਣੇ ਯੂਨਾਨੀ ਨਕਸ਼ਿਆਂ ਅਤੇ ਲਿਖਤਾਂ ਵਿੱਚ ਦੁਨੀਆ ਦੀ ਸਭ ਤੋਂ ਸ਼ਾਨਦਾਰ ਨਦੀ, ਜਿਸ ਨੂੰ ਇੰਡੋ ਸਿੰਧ ਕਿਹਾ ਗਿਆ ਹੈ, ਉਸ ਦਾ ਜ਼ਿਕਰ ਵੀ ਮਿਲਦਾ ਹੈ। ਉੱਤਰੀ ਪੱਛਮੀ ਭਾਰਤ ਵਿੱਚ 4ਵੀਂ ਸਦੀ ਈਸਵੀ ਪੂਰਵ ਵਿੱਚ ਸਿਥਿਆਨਾ ਦੀ ਮੌਜੂਦਗੀ ਵਿੱਚ ਉਸ ਖੇਤਰ ਵਿੱਚ ਹਿੰਦ ਯੂਨਾਨੀ ਰਾਜ ਦੇ ਸਮਕਾਲੀ ਸੀ ਅਤੇ ਇਸ ਤਰ੍ਹਾਂ ਲੱਗਦਾ ਹੈ ਕਿ ਉਹਨਾਂ ਨੇ ਸਥਾਨਕ ਯੂਨਾਨੀ ਸ਼ਾਸਕਾਂ ਦੀ ਤਾਕਤ ਦਾ ਅੰਦਾਜ਼ਾ ਲਾ ਲਿਆ ਸੀ। ਉਹਨਾਂ ਨਾਲ ਹੱਥ ਵੀ ਮਿਲਾ ਲਿਆ ਸੀ। ਜੋ ਇੰਡੀਅਨ ਸਿਥੀਅਨ ਸੀ, ਮੋਏਸ ਨੇ ਤਕਰੀਬਨ 80ਵੀਂ ਈਸਵੀ ਪੂਰਵ ਵਿੱਚ ਗੰਧਾਰ ਦੇ ਤਕਸ਼ਿਲਾ ਨੂੰ ਜਿੱਤਿਆ, ਪਰ ਉਸ ਦਾ ਸਾਮਰਾਜ ਉਸ ਦੀ ਮੌਤ ਤੋਂ ਪਿੱਛੋਂ ਖਿੰਡ ਗਿਆ। ਪੂਰਬ ਵਿੱਚ ਭਾਰਤੀ ਰਾਜੇ ਬਿਕਰਮ ਨੇ ਉਜੈਨ ਉੱਪਰ ਇੰਡੋ ਸਿਥੀਆਨਾ ਤੋਂ ਦੁਬਾਰਾ ਜਿੱਤ ਹਾਸਲ ਕੀਤੀ, ਜਿਸ ਤੋਂ ਉਸਨੇ ਬਿਕਰਮੀ ਯੁੱਗ ਵਿੱਚ 57 ਈਸਵੀ ਤੋਂ ਸ਼ੁਰੂ ਦੀ ਸ਼ੁਰੂਆਤ ਕੀਤੀ। ਹਿੰਦ ਯੂਨਾਨ ਸ਼ਾਸਕਾਂ ਦੇ ਮੋਏਸ ਦੀ ਮੌਤ ਤੋਂ ਬਾਅਦ ਫਿਰ ਰਾਜ ਕੀਤਾ ਤੇ ਖੁਸ਼ਹਾਲੀ ਹਾਸਲ ਕੀਤੀ। ਯੂਨਾਨ ਦੇ ਰਾਜਿਆਂ ਨੇ ਬਹੁਤ ਮਾਤਰਾ ਵਿੱਚ ਸਿੱਕੇ ਬਣਵਾਏ। ਏਜਸ ਪਹਿਲੇ ਤੱਕ 55 ਈਸਵੀ ਪੂਰਵ ਤੱਕ ਇੰਡੋ ਸਿਥੀਅਨ ਹਿਪੋਸਟਾਟਸ ਉੱਤੇ ਜਿੱਤ ਹਾਸਲ ਕਰਨ ਤੱਕ ਉੱਤਰ ਪੱਛਮੀ ਭਾਰਤ ਦੇ ਪੂਰਬੀ ਉੱਤੇ ਪੂਰੀ ਤਰ੍ਹਾਂ ਕਬਜ਼ਾ ਵੀ ਕੀਤਾ। ਜੋ ਸਿਕੰਦਰ ਚੜ੍ਹਾਈ ਕਰਕੇ ਆਉਂਦਾ ਪੰਜਾਬ ਤੇ, ਕੰਬੋਜਾ ਨੇ ਸਿੰਧ ਉੱਤੇ ਤਖਤਸਾਂ ਦੇ ਤਕਸ਼ਿਲਾ ਵਿੱਚ ਮਦਰਾ ਅਤੇ ਕਥਾ ਦੇ ਐਕਸ਼ਨ ਚਨਾਬ ਉੱਪਰ ਮੱਲਾ ਅਤੇ ਰਾਵੀ ਉੱਪਰ ਤੁਰਗਰਾ ਅਤੇ ਸਤਲੁਜ ਉੱਪਰ, ਇਹਨਾਂ ਸਾਰਿਆਂ ਨੇ ਮਿਲ ਕੇ ਸਿਕੰਦਰ ਤੋਂ ਪਹਿਲਾਂ ਪੰਜਾਬ ਵਿੱਚ ਬਹੁਤ ਮਹੱਤਵਪੂਰਨ ਥਾਂ ਬਣਾ ਲਈ ਸੀ ਅਤੇ ਸਿਕੰਦਰ ਦਾ ਸਿੰਧ ਉੱਪਰ ਪੂਰੀ ਦ੍ਰਿੜਤਾ ਨਾਲ ਮੁਕਾਬਲਾ ਕੀਤਾ ਤੇ ਜੇਲਮ ਦੀ ਜਿੱਤ ਤੋਂ ਬਾਅਦ ਉਹ ਅੱਗੇ ਭਾਰਤ ਨੂੰ ਫਤਿਹ ਨਾ ਕਰ ਸਕਿਆ ਤੇ ਉਸ ਨੂੰ ਬੇਬੀਲੋਨੀਆ ਵਾਪਸ ਪਰਤਣਾ ਪਿਆ। 331 ਈਸਵੀ ਪੂਰਵ ਵਿੱਚ ਹਖਾਮਨੀ ਸਾਮਰਾਜ ਨੂੰ ਕੁਚਲਣ ਤੋਂ ਬਾਅਦ ਸਿਕੰਦਰ ਅੱਜ ਕੱਲ੍ਹ ਦੇ ਅਫਗਾਨਿਸਤਾਨ ਦੇ ਖੇਤਰ ਵਿੱਚ 50,000 ਸੈਨਿਕ ਲੈ ਕੇ ਆਇਆ। ਉਸਦੇ ਲਿਖਾਰੀਆਂ ਨੇ ਗੰਧਾਰ ਅਤੇ ਕੰਬੋਜਾ ਦੇ ਸ਼ਾਸਕਾਂ ਦੇ ਨਾਮ ਨਹੀਂ ਲਿਖੇ, ਪਰ ਉਹਨਾਂ ਨੇ ਉਹਨਾਂ ਖੇਤਰਾਂ ਵਿੱਚ ਦਰਜਨ ਛੋਟੀਆਂ ਰਾਜਨੀਤਿਕ ਇਕਾਈਆਂ ਵੇਖੀਆਂ, ਜਿਸ ਤੱਥ ਤੇ 4 ਈਸਵੀ ਵਿੱਚ ਗੰਧਾਰ ਦਾ ਕੰਬੋਜਾ ਉੱਤੇ ਇੱਕ ਬਹੁਤ ਵੱਡਾ ਸਾਮਰਾਜ ਹੋਣ ਦੀ ਤੱਥ ਨੂੰ ਨਕਾਰ ਕਰ ਦਿੱਤਾ ਸੀ। 326 ਈਸਵੀ ਪੂਰਵ ਵਿੱਚ ਇਹਨਾਂ ਦਰਜਨ ਰਾਜਨੀਤਿਕ ਇਕਾਈਆਂ ਦੇ ਸਿਕੰਦਰ ਦਾ ਸਾਹਮਣੇ ਗੋਡੇ ਟੇਕ ਦਿੱਤੇ ਸਨ। ਯੂਨਾਨੀ ਇਤਿਹਾਸਕਾਰਾਂ ਨੇ 3 ਲੜਾਕੂ ਕਬੀਲਿਆਂ ਦਾ ਜ਼ਿਕਰ ਕੀਤਾ ਹੈ, ਅਸਤਾਕੈਨੋਈ, ਅਸ਼ਵਾਕਾ ਅਤੇ ਅਸਾਕੈਨੋਈ, ਜਿਹੜੇ ਸਿੰਧ ਦਰਿਆ ਤੇ ਉੱਤਰ ਪੱਛਮ ਵਿੱਚ ਰਹਿੰਦੇ ਸਨ, ਜਿੱਥੇ ਉਹਨਾਂ ਦਾ ਸਾਹਮਣਾ ਕਪੀਸੀ ਤੋਂ ਗੰਧਾਰ ਵਿੱਚ ਵੀ ਆਉਂਦੇ ਹੋਏ ਸਿਕੰਦਰ ਨਾਲ ਹੋਇਆ। ਆਸ-ਪਾਸਿਓਂ ਕਬੀਲਾ ਅਸਾਕੈਨੋਈ ਕਬੀਲੇ ਨਾਲ ਸਮਝੌਤੇ ਵਿੱਚ, ਜਿਹੜਾ ਕਿ ਉਹਨਾਂ ਦੀ ਮਹਿਜ ਇੱਕ ਪੱਛਮੀ ਸ਼ਾਖਾ ਸੀ। ਦੋਵੇਂ ਕਬੀਲਿਆਂ ਨੇ ਲੋਕ ਬਹੁਤ ਦਲੇਰ ਸਨ। ਇਹਨਾਂ ਜਿੱਦੀ ਪਰਬਤੀ ਲੋਕ ਖਿਲਾਫ ਸਿਕੰਦਰ ਦੇ ਆਪ ਯੁੱਧ ਦੀ ਕਾਰਵਾਈ ਨੂੰ ਨਿਰਦੇਸ਼ਿਤ ਕੀਤਾ, ਜਿਨ੍ਹਾਂ ਨੇ ਉਸ ਨੂੰ ਆਪਣੀ ਪਰਬਤੀ ਇਲਾਕਿਆਂ ਵਿੱਚ ਬਹੁਤ ਜ਼ਬਰਦਸਤ ਟੱਕਰ ਦਿੱਤੀ। ਯੂਨਾਨੀ ਨਾਮ ਅਸਪਾਇਓਸੀ ਅਤੇ ਅਸਾਕੈਨੋਈ ਸ਼ਬਦ ਸੰਸਕ੍ਰਿਤ ਦੇ ਅਸਬ ਜਾਂ ਫਾਰਸੀ ਦੇ ਅਸਪਾ ਤੋਂ ਲਿਆ ਗਿਆ ਹਨ। ਇਹ ਪਾਣੀ ਦੀ ਲਿਖਤ ਅਸ਼ਟਧਿਆਈ ਅਸ਼ਵਯਾਨ ਦੇ ਅਸ਼ਵਾਕਿਆ ਵਰਗੇ ਹਨ, ਕਿਉਂਕਿ ਕੰਬੋਜ ਆਪਣੇ ਘੋੜਿਆਂ ਦੀ ਨਸਲ ਅਤੇ ਆਪਣੀ ਵਿਸ਼ੇਸ਼ ਘੋੜਸਵਾਰੀ ਸੈਨਾ ਲਈ ਮਸ਼ਹੂਰ ਸਨ। ਇਸ ਲਈ ਆਪਣੀ ਭਾਸ਼ਾ ਵਿੱਚ ਉਹਨਾਂ ਨੂੰ ਅਸ਼ਵਾਕਾ ਵੀ ਕਿਹਾ ਜਾਂਦਾ ਸੀ। ਅਸ਼ਵਾਕਿਆਨ ਅਤੇ ਸਹਾਇਕ ਸ਼ਾਕਾ ਵੰਸ਼ ਦੇ ਪ੍ਰਾਚੀਨ ਮਕਦੂਨੀਆ ਹਮਲਾਵਰਾਂ ਵਿਰੁੱਧ ਆਖਰੀ ਬੰਦੇ ਤੱਕ ਜੰਗ ਲੜੀ। ਮੁਸ਼ਕਲ ਸਮਿਆਂ ਵਿੱਚ ਅਸ਼ਵਾਕਿਆਨ ਕੰਬੋਜਾ ਦੀਆਂ ਔਰਤਾਂ ਵੀ ਹਥਿਆਰ ਚੁੱਕ ਲੈਂਦੀਆਂ ਸਨ ਅਤੇ ਆਪਣੇ ਪਤੀ ਦੇ ਮੋਢੇ ਨਾਲ ਮੋਢਾ ਲਾ ਕੇ ਬਾਹਰੀ ਹਮਲਾਵਰਾਂ ਦਾ ਸਾਹਮਣਾ ਵੀ ਕਰਦੀਆਂ ਸਨ, ਅਤੇ ਜਿੱਲਤ ਦੀ ਜ਼ਿੰਦਗੀ ਨਾਲੋਂ
ਇੱਜ਼ਤ ਦੀ ਮੌਤ ਪਸੰਦ ਕਰਦੀਆਂ ਸਨ। ਇਸ ਤੋਂ ਪਿੱਛੋਂ ਸਿਕੰਦਰ ਪੂਰਬ ਵੱਲ ਹਿਡਾਪਸ ਜ਼ਿਲ੍ਹੇ ਜੇਹਲਮ ਦਰਿਆ ਵੱਲ ਵਧਿਆ, ਜਿੱਥੋਂ ਪੂਰਸ ਜਿਹੜਾ ਕਿ ਜੇਹਲਮ ਅਤੇ ਚਨਾਬ ਵਿਚਕਾਰ ਦੇ ਇਲਾਕਿਆਂ ਦਾ ਰਾਜਾ ਸੀ, ਸਿਕੰਦਰ ਸਾਹਮਣੇ ਗੋਡੇ ਟੇਕਣ ਤੋਂ ਇਨਕਾਰ ਕਰ ਦਿੱਤਾ ਸੀ। ਇਹਨਾਂ ਦੋਵਾਂ ਫੌਜਾਂ ਵਿੱਚ ਜੇਹਲਮ ਦਾ ਯੁੱਧ ਹੋਇਆ, ਜਿੱਥੇ ਕਿ ਅੱਜ ਕੱਲ੍ਹ ਦਾ ਜੇਹਲਮ ਸ਼ਹਿਰ ਹੈ, ਅਤੇ ਪਾਰ ਤੋਂ ਬਾਅਦ ਪੋਰਸ ਸਿਕੰਦਰ ਦਾ ਰਾਜਪਾਲ ਬਣਿਆ। ਸਿਕੰਦਰ ਦੀ ਸੈਨਾ ਵਿੱਚ ਪੂਰਬ ਵੱਲ ਵਧੀ ਅਤੇ ਪੋਰਸ ਸਿਕੰਦਰ ਦਾ ਰਾਜਪਾਲ ਬਣਿਆ। ਸਿਕੰਦਰ ਦੀ ਸੈਨਾ ਵਿੱਚ ਪੂਰਬ ਵੱਲ ਵਧੀ ਅਤੇ ਬਿਆਸ ਤੱਕ ਪਹੁੰਚ ਗਈ। ਹਾਲਾਂਕਿ ਸਿਕੰਦਰ ਦੀ ਸੈਨਾ ਨੇ ਮਗਧ ਸਾਮਰਾਜ ਦੀ ਬਹੁਤ ਵੱਡੀ ਰਾਜਸੀ ਸੈਨਾ ਨਾਲ ਲੜਨ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਬਿਆਸ ਕਸਬੇ ਨੇੜੇ ਹਿਫਾਜ਼ਤ ਬਿਆਸ ਦਰਿਆ ਨੂੰ ਪਾਰ ਕਰਨ ਤੋਂ ਇਨਕਾਰ ਕਰ ਦਿੱਤਾ। ਪੋਰਸ ਨਾਲ ਜੰਗ ਹੋਣ ਤੋਂ ਬਾਅਦ ਮਕਦੂਨੀਆਂ ਨੇ ਹੌਸਲੇ ਪਸਤ ਹੋ ਗਏ, ਕਿਉਂਕਿ ਉਹਨਾਂ ਨੇ ਬਹੁਤ ਸਾਰੇ ਬਹਾਦਰ ਸਾਥੀ ਪੋਰਸ ਦੇ ਜੰਗੀ ਹਾਥੀਆਂ ਕੋਲੋਂ ਬੁਰੀ ਤਰ੍ਹਾਂ ਮਾਰੇ ਗਏ। ਹੁਣ ਉਹ ਭਾਰਤ ਵਿੱਚ ਹੋਰ ਅੱਗੇ ਵਧਣਾ ਨਹੀਂ ਚਾਹੁੰਦੇ ਸਨ। ਇਸ ਤੋਂ ਵੱਧ ਜਦੋਂ ਉਹਨਾਂ ਨੂੰ ਮਗਧ ਗੰਗਾਰੇਦੀ ਦੇ ਭਰਾਸੀ ਦੀ ਵੱਡੀਆਂ ਰਾਜਸੀ ਸੈਨਾਵਾਂ ਬਾਰੇ ਪਤਾ ਲੱਗਿਆ ਤਾਂ ਜਿਹੜੇ ਕਿ ਸਿਕੰਦਰ ਦੀ ਉਡੀਕ ਕਰ ਰਹੇ ਸਨ, ਉਹ ਬਹੁਤ ਡਰ ਗਏ। ਇਸ ਤੋਂ ਇਲਾਵਾ ਸਿਕੰਦਰ ਨੇ ਸਾਰੇ ਜਨਰਲਾਂ ਦੇ ਮੌਤ ਦੇ ਡਰੋਂ ਉਹਨਾਂ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ। ਇਹਨਾਂ ਕਾਰਨਾਂ ਕਰਕੇ ਸਿਕੰਦਰ ਨੂੰ ਵਾਪਸ ਪਰਤਣਾ ਪਿਆ। ਉਸ ਨੇ ਦਰਿਆ ਪਾਰ ਕੀਤਾ ਅਤੇ ਹੁਕਮ ਦਿੱਤਾ ਕਿ ਉਹ ਇੱਥੇ ਉਸ ਦੀ ਸਲਤਨਤ ਦੀ ਸਭ ਤੋਂ ਪੁਰਾਣੀ ਪੂਰਬੀ ਹੱਦ ਦੀ ਨਿਸ਼ਾਨਦੇਹੀ ਲਈ ਬਹੁਤ ਵੱਡੇ ਥੰਮ ਬਣਵਾਏ ਜਾਣ ਅਤੇ ਸਾਬਤ ਕੀਤਾ ਜਾਵੇ ਕਿ ਬਿਆਸ ਦਰਿਆ ਤੱਕ ਉਸ ਦਾ ਰਾਜ ਹੈ। ਉਸ ਨੇ ਅਲੈਕ ਕਾਸ਼ਾਦੀਆਂ ਨਾਮਕ ਇੱਕ ਸ਼ਹਿਰ ਵਸਾਇਆ। ਉੱਥੇ ਮਕਦੂਨੀਆਂ ਦੇ ਬਹੁਤ ਸਾਰੇ ਲੋਕ, ਬੁੱਢੇ ਲੋਕ ਵੀ ਛੱਡ ਦਿੱਤੇ। ਆਪ ਉਹ ਆਪਣੀ ਸੈਨਾ ਸਮੇਤ ਜੇਹਲਮ ਅਤੇ ਸਿੰਧ ਵੱਲੋਂ ਅਰੇਬੀਆਈ ਸਾਗਰ ਵਿੱਚ ਹੁੰਦਾ ਹੋਇਆ ਬੇਬੀਲੋਨ ਵਾਪਸ ਪਰਤ ਗਿਆ। ਸਿਕੰਦਰ ਆਪਣੀ ਕੋ ਸੈਨਾ ਸਿੰਧ ਦਰਿਆ ਖੇਤਰ ਵਿੱਚ ਰਹਿਣ ਦਿੱਤੀ। ਸਿੰਧ ਖੇਤਰ ਵਿੱਚ ਉਸਨੇ ਆਪਣੇ ਰਾਜਪਾਲ ਵਜੋਂ ਪਾਈਥੋਨ ਨੂੰ ਚੁਣਿਆ, ਜਿਹੜਾ ਅਹੁਦਾ ਉਸ ਕੋਲ ਅਗਲੇ 10 ਸਾਲ 316 ਈਸਵੀ ਪੂਰਵ ਤੱਕ ਰਿਹਾ। ਪੰਜਾਬ ਵਿੱਚ ਉਸਨੇ ਜਨਰਲ ਇਡੋਡੇਮੇਸ ਨੂੰ ਆਪਣੀ ਸੈਨਾ ਦਾ ਮੁਖੀ ਲਾਇਆ, ਜਿਹੜਾ ਕਿ ਸਾਤਰਾਪ ਰਾਜਪਾਲ ਪੋਰਸ ਅਤੇ ਤਕਸੀਲੀਆਂ ਨਾਲ ਅਗਵਾਈ ਕਰਦਾ ਸੀ। ਉਹਨਾਂ ਦੀ ਮੌਤ ਤੋਂ ਪਿੱਛੋਂ ਇਊਡੇਮਸ ਪੰਜਾਬ ਦਾ ਮੁਖੀ ਸ਼ਾਸਕ ਬਣ ਗਿਆ। ਦੋਵੇਂ ਸ਼ਾਸਕ ਪੱਛਮ ਵੱਲ 316 ਈਸਵੀ ਪੂਰਵ ਵਿੱਚ ਸਨਾਮਾ ਮੁੜ ਵਾਪਸ ਆਏ ਅਤੇ ਇਸ ਤੋਂ ਚੰਦਰਗੁਪਤ ਮੌਰੀਆ ਨੇ ਭਾਰਤ ਵਿੱਚ ਮੌਰੀਆ ਸਾਮਰਾਜ ਦੀ ਸਥਾਪਨਾ ਵੀ ਕੀਤੀ। ਹੁਣ ਜੋ ਪੰਜਾਬ ਵਿੱਚ ਮੌਰੀਆ ਸਾਮਰਾਜ ਸਥਾਪਿਤ ਹੁੰਦਾ, ਪੰਜਾਬ ਦੇ ਉਹ ਜ਼ਿਲ੍ਹੇ ਜਿਨ੍ਹਾਂ ਉੱਪਰ ਸਿਕੰਦਰ ਦਾ ਕਬਜ਼ਾ ਸੀ, ਛੇਤੀ ਹੀ ਚੰਦਰਗੁਪਤ ਮੌਰੀਆ ਦੁਆਰਾ ਜਿੱਤ ਲਿਆ ਗਿਆ ਤੇ ਮੌਰੀਆ ਸਾਮਰਾਜ ਨੇ ਸੰਸਥਾਪਕਾਂ ਨੇ ਪੰਜਾਬ ਦੇ ਇਹ ਉਪਜਾਊ ਇਲਾਕੇ ਵਿੱਚ ਸਾਮਰਾਜ ਵਿੱਚ ਸ਼ਾਮਲ ਕਰ ਲਿਆ ਤੇ ਪੂਰਬ ਵਿੱਚ ਸਿਕੰਦਰ ਦੇ ਉੱਤਰਾਧਿਕਾਰੀ ਸਲੋਉਸ ਨਾਲ ਲੜਿਆ, ਜਿਸ ਨੇ ਪਿੱਛੇ ਮੌਰੀਆ ਸਾਮਰਾਜ ਤੇ ਹਮਲਾ ਕੀਤਾ ਸੀ। ਇੱਕ ਸ਼ਾਂਤੀ ਸੰਧੀ ਵਿੱਚ ਸਲੋਉਸ ਨੇ ਸਿੰਧ ਦੇ ਪੱਛਮ ਵੱਲ ਸਾਰੇ ਇਲਾਕੇ, ਜਿਸ ਵਿੱਚ ਦੱਖਣੀ ਅਫਗਾਨਿਸਤਾਨ ਵੀ ਸ਼ਾਮਲ ਸੀ, ਚੰਦਰਗੁਪਤ ਮੌਰੀਆ ਦੇ ਹਵਾਲੇ ਕਰ ਦਿੱਤੇ। ਇਸ ਦੇ ਬਦਲੇ ਚੰਦਰਗੁਪਤ ਨੇ ਸਲੋਉਸ ਨੂੰ 500 ਹਾਥੀ ਦਿੱਤੇ। ਵਿਸ਼ਾਖ ਦੱਤ ਦੇ ਸੰਸਕ੍ਰਿਤ ਨਾਟਕ ਮੁਦਰਾਕਸ਼ ਅਤੇ ਜੈਨੀ ਲਿਖਤ ਪ੍ਰਸਤ ਪਰਵਰਨ ਵਿੱਚ ਚੰਦਰਗੁਪਤ ਨੇ ਹਮਾਲਾਈ ਰਾਜਿਆਂ ਪਰਬਕ, ਜਿਸ ਨੂੰ ਪੋਰਸ ਨਾਲ ਵੀ ਜੋੜਿਆ ਜਾਂਦਾ ਹੈ, ਗੱਠਜੋੜ ਬਾਰੇ ਜ਼ਿਕਰ ਕੀਤਾ। ਇਹਨਾਂ ਹਿਮਾਲਿਆਈ ਗੱਠਜੋੜਾਂ ਨਾਲ ਚੰਦਰਗੁਪਤ ਨੂੰ ਇੱਕ ਸ਼ਕਤੀਸ਼ਾਲੀ ਅਤੇ ਸੰਗਠਿਤ ਸੈਨਾ ਮਿਲੀ, ਜਿਹੜੀ ਕਿ ਜਵਾਨਾ, ਯੂਨਾਨੀ, ਕੰਬੋਜਾ, ਸਾਕਾ, ਸੰਥਿਆਈ, ਕੀਰਤਾ, ਪ੍ਰਾਸ਼ਿਕਾ, ਇਰਾਨੀ ਕਬੀਲੇ ਅਤੇ ਬੈਲੀਕਾ ਬੈਕਟੀਰੀਅਨ ਨੂੰ ਮਿਲ ਰਿਹਾ ਸੀ। ਪੰਜਾਬ ਦੇ ਅਗਲੇ 100 ਸਾਲਾਂ ਤੱਕ ਮੌਰੀਆ ਸਾਮਰਾਜ ਦੇ ਅਧੀਨ ਵਿਕਾਸ ਕੀਤਾ। 180 ਈਸਵੀ ਪੂਰਵ ਵਿੱਚ ਮੌਰੀਆ ਸਾਮਰਾਜ ਦੇ ਪਤਨ ਦੇ ਪਿੱਛੋਂ ਇਹ ਇੱਕ ਬੈਕਟੀਰੀਆਈ ਯੂਨਾਨੀ ਹਿੰਦ ਯੂਨਾਨ ਖੇਤਰ ਬਣ ਗਿਆ। ਜੋ ਹਿੰਦ ਯੂਨਾਨੀ ਸਾਮਰਾਜ ਸੀ, ਸਿਕੰਦਰ ਨੇ ਪੰਜਾਬ ਵਿੱਚ 2 ਸ਼ਹਿਰਾਂ ਦੀ ਸਥਾਪਨਾ ਕੀਤੀ, ਜਿਸ ਵਿੱਚ ਉਸਨੇ ਆਪਣੀ ਬਹੁਰਾਸ਼ਟਰੀ ਫੌਜਾਂ ਵਿੱਚੋਂ ਬਹੁਤ ਸਾਰੇ ਸੈਨਿਕਾਂ ਨੂੰ ਉੱਥੇ ਰਹਿਣ ਦਿੱਤਾ ਗਿਆ। ਹਿੰਦ ਯੂਨਾਨੀ ਸ਼ਹਿਰ ਅਤੇ ਇਹਨਾਂ ਦੇ ਨਾਲ ਜੁੜੇ ਖੇਤਰ ਸਿਕੰਦਰ ਦੇ ਜਾਣ ਪਿੱਛੋਂ ਵੀ ਕਾਫੀ ਦੇਰ ਤੱਕ ਵਧੇ ਫੁੱਲੇ। ਸਿਕੰਦਰ ਦੀ ਮੌਤ ਪਿੱਛੋਂ ਉਸਦੇ ਸਾਮਰਾਜ ਦਾ ਪੂਰਬੀ ਹਿੱਸਾ, ਜਿਸ ਕੱਲ੍ਹ ਦੇ ਸੀਰੀਆ ਤੋਂ ਪੰਜਾਬ ਤੱਕ, ਸਲੂਸ ਤੋਂ ਉੱਤਰਾਧਿਕਾਰੀ ਦੇ ਤੌਰ ਤੇ ਮਿਲ ਗਿਆ, ਜਿਹੜਾ ਕਿ ਸਲਿਊਡਸ ਵੰਸ਼ ਦਾ ਸਥਾਪਕ ਸੀ। ਮੰਨਿਆ ਜਾਂਦਾ ਹੈ ਕਿ ਸਲਿਊਸਸ ਨੇ ਮੌਰੀਆ ਸਾਮਰਾਜ ਦੇ ਚੰਦਰਗੁਪਤ ਨਾਲ ਸ਼ਾਂਤੀ ਸਮਝੌਤਾ ਕੀਤਾ, ਜਿਸ ਵਿੱਚ ਚੰਦਰਗੁਪਤ ਨੂੰ ਇਹ ਹਿੰਦੂ ਕੁਸ਼ ਦੇ ਦੱਖਣੀ ਖੇਤਰ ਹਿੱਸੇ ਦੇ ਦਿੱਤੇ ਗਿਆ ਤੇ ਬਦਲੇ ਵਿੱਚ ਉਸਨੇ ਆਪਣੇ ਆਪ ਨੂੰ ਉਸਨੂੰ ਇੱਕ ਵਿਆਹ ਅਤੇ 500 ਹਾਥੀ ਵੀ ਦਿੱਤੇ। ਇਸ ਪਿੱਛੋਂ ਗ੍ਰੀਕੋ ਬੈਕਟੀਰੀਆ ਸਾਮਰਾਜ ਦਾ ਉਭਾਰ ਸ਼ੁਰੂ ਹੋਇਆ। ਬੈਕਟੀਰੀਆਈ ਰਾਜੇ ਡਿਮੀਟਰਸ ਨੇ 2ਵੀਂ ਸ਼ਤਾਬਦੀ ਈਸਵੀ ਪੂਰਵ ਵਿੱਚ ਸ਼ੁਰੂਆਤ ਵਿੱਚ ਪੰਜਾਬ ਨੂੰ ਆਪਣੇ ਸਾਮਰਾਜ ਵਿੱਚ ਸ਼ਾਮਲ ਕਰ ਲਿਆ। ਇਹਨਾਂ ਵਿੱਚੋਂ ਕੁਝ ਹਿੰਦੂ ਯੂਨਾਨੀ ਲੋਕ ਬੋਧੀ ਸਨ। ਸਭ ਤੋਂ ਮਸ਼ਹੂਰ ਹਿੰਦ ਯੂਨਾਨੀ ਰਾਜਾ
ਮਿਨਾਂਦਰ ਸੀ, ਜਿਹੜਾ ਕਿ ਭਾਰਤ ਵਿੱਚ ਮਲੰਦ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਉਸਨੇ 160 ਈਸਵੀ ਪੂਰਵ ਵਿੱਚ ਲਗਭਗ ਇੱਕ ਸੁਤੰਤਰ ਰਾਜ ਦੀ ਸਥਾਪਨਾ ਕੀਤੀ, ਜਿਸ ਦੀ ਰਾਜਧਾਨੀ ਤਕਸ਼ਿਲਾ ਸੀ। ਉਸ ਤੋਂ ਪਿੱਛੋਂ ਆਪਣੀ ਰਾਜਧਾਨੀ ਸੰਗਲਾ, ਅੱਜ ਕੱਲ੍ਹ ਸਿਆਲਕੋਟ ਵਿੱਚ ਦਿਸਦੀ। ਸੋ ਇਹ ਪੰਜਾਬ ਦੇ ਬਾਰੇ ਜੋ ਤੁਸੀਂ ਪੜ੍ਹਿਆ, ਪੰਜਾਬ ਦੇ ਇਤਿਹਾਸ ਬਾਰੇ ਪੜ੍ਹਿਆ, ਜੋ ਪੰਜਾਬ ਦਾ ਸਮਕਾਲੀ ਇਤਿਹਾਸ ਸੀ, ਉਸ ਵਿੱਚ ਕੀ ਸੀ ਤੇ ਕੀ ਵਿਚਾਰ ਸੀ। ਜੋ ਪੰਜਾਬ ਦੇ ਵਿੱਚ ਰਾਜਿਆਂ ਨੇ ਰਾਜ ਕੀਤਾ, ਸੋ ਆਏ ਤੇ ਬਹੁਤ ਗਏ। ਸੋ ਇਹ ਵੀਡੀਓ ਬਣਾਉਣ ਦਾ ਇਹ ਕਾਰਨ ਹੁੰਦਾ ਕਿ ਤੁਹਾਡੇ ਬੱਚਿਆਂ ਨੂੰ ਪਤਾ ਲੱਗ ਸਕੇ ਕਿ ਸਾਡੇ ਪੰਜਾਬ ਦਾ ਮੁੱਢਲਾ ਇਤਿਹਾਸ ਕੀ ਹੈ। ਵੀਡੀਓ ਵਿੱਚ ਬਹੁਤ ਸਾਰੇ ਗਲਤੀਆਂ ਹੋ ਜਾਂਦੀਆਂ, ਤੁਸੀਂ ਬਖਸ਼ਣਯੋਗ ਹੋ। ਤੇ ਅਗਰ ਮੇਰੀ ਵੀਡੀਓ ਤੁਹਾਨੂੰ ਵਧੀਆ ਲੱਗਦੀ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਸਤਿ ਸ੍ਰੀ ਅਕਾਲ।